ਤੇ पिछले 83 ਦਿਨਾਂ ਤੋਂ ਇਹ ਮੰਗ ਹੋ ਰਹੀ ਹੈ ਕਿ ਇਸ ਯੂਨੀਵਰਸਿਟੀ ਨੂੰ ਗ੍ਰਾਂਟ ਦਿੱਤੀ ਜਾਵੇ, ਇਹਦੀ ਆਟੋਨਮੀ ਬਹਾਲ ਰੱਖੀ ਜਾਵੇ, ਸਮੇਂ ਸਿਰ ਤਨਖਾਹਾਂ ਦਿੱਤੀਆਂ ਜਾਣ, ਪੈਨਸ਼ਨਾਂ ਦਿੱਤੀਆਂ ਜਾਣ ਤੇ ਫੀਸਾਂ ਨਾ ਵਧਾਈਆਂ ਜਾਣ। ਇਹ 5 ਮੁੱਦੇ ਹੈ ਜਿਹੜੇ ਜੁਆਇੰਟ ਐਕਸ਼ਨ ਕਮੇਟੀ ਦੇ। ਰਾਹੁਲ ਭੰਡਾਰੀ ਨੂੰ ਕੱਲੀ ਪੰਜਾਬੀ ਯੂਨੀਵਰਸਿਟੀ ਦਿਖਦੀ ਹੈ? ਕੀ ਹਾਇਰ ਐਜੂਕੇਸ਼ਨ ਸੈਕਟਰੀ ਨੂੰ ਸਰਕਾਰੀ ਕਾਲਜ ਨਹੀਂ ਦਿਖਦੇ ਜਿੱਥੇ 338 ਟੀਚਰ ਹੀ ਹੈ? ਕੀ ਉਹਨੂੰ ਬਾਕੀ ਸੰਸਥਾਵਾਂ ਨਹੀਂ ਦਿਖਦੀਆਂ? ਅਸੀਂ ਅਪੀਲ ਕਰਦੇ ਹਾਂ CM ਸਾਹਿਬ ਨੂੰ ਕਿ ਜੇ ਬਾਈ ਚਾਂਸਲਰ ਮਤਲਬ ਰਿਜ਼ਾਈਨ ਕਰ ਗਿਆ, ਪਹਿਲੀ ਗੱਲ ਤਾਂ ਜਿਹੜਾ ਬੰਦਾ BC ਲੱਗਣ ਲਈ ਐਲੀਜੀਬਲ ਹੋਵੇ ਉਹਨੂੰ ਚਾਰਜ ਦਿੱਤਾ ਜਾਵੇ, ਫਿਰ ਵਾਈਸ ਚਾਂਸਲਰ ਲਾਇਆ ਜਾਵੇ। ਇਸ ਵੇਲੇ ਅਸੀਂ ਮੌਜੂਦ ਹਾਂ ਪਟਿਆਲਾ ਦੀ ਪੰਜਾਬੀ ਯੂਨੀਵਰਸਿਟੀ ਵਾਈਸ ਚਾਂਸਲਰ ਦੇ ਆਫਿਸ ਦੇ ਬਾਹਰ, ਜਿੱਥੇ ਕਿ ਧਰਨਾ ਪ੍ਰਦਰਸ਼ਨ ਜਾਰੀ ਹੈ। ਵਾਈਸ ਚਾਂਸਲਰ ਵੱਲੋਂ ਵੀ ਅਸਤੀਫਾ ਦੇ ਦਿੱਤਾ ਗਿਆ। ਧਰਨਾ ਕਿਹੜੀ ਮੰਗਾਂ ਨੂੰ ਲੈ ਕੇ ਆ ਉਹਦੇ ਬਾਰੇ ਵੀ ਅਸੀਂ ਜਾਣਦੇ ਹਾਂ। ਸਰ, ਗੱਲ ਕਰੀਏ, ਧਰਨਾ ਜਾਰੀ ਹੈ ਤੁਹਾਡਾ ਵਾਈਸ ਚਾਂਸਲਰ ਦੇ ਆਫਿਸ ਦੇ ਬਾਹਰ, ਇੱਥੇ ਵਾਈਸ ਚਾਂਸਲਰ ਵੀ ਅਸਤੀਫਾ ਦੇ ਗਏ ਹੈ। ਆਪਣੀਆਂ ਕੀ ਮੰਗਾਂ ਜਿਹਦੇ ਕਰਕੇ ਆਪਾਂ ਧਰਨਾ ਲਾਇਆ ਪਿਆ? ਪਹਿਲਾਂ ਤਾਂ ਦੇਖੋ, ਇਹ ਧਰਨੇ ਨੂੰ ਅੱਜ 83ਵਾਂ ਦਿਨ ਹੋ ਗਿਆ ਜੁਆਇੰਟ ਐਕਸ਼ਨ ਕਮੇਟੀ ਦਾ, ਜਿਹਦੇ ਵਿੱਚ ਟੀਚਰ ਵੀ ਨੇ ਤੇ ਪੂਟਾ ਇਲੈਕਟਡ ਉਹਨਾਂ ਦੇ ਸੈਕਟਰੀ ਡਾਕਟਰ ਵਨੀਤਪਾਲ ਸਿੰਘ ਖੜੇ ਆ, ਤੇ ਕਲਾਸ ਦੀ ਇਲੈਕਟਡ ਜੂਨੀਅਰ ਉਹਦੇ ਗੁਰਿੰਦਰਪਾਲ ਸਿੰਘ ਖੜੇ ਆ, ਤੇ ਇਹਦੇ 'ਚ ਨਾਨ ਟੀਚਿੰਗ ਦੇ ਬੰਦੇ ਵੀ ਹੈ, ਪੈਨਸ਼ਨਰ ਵੀ ਹੈ, ਸਾਰੀਆਂ ਧਿਰਾਂ ਇਹਦੇ 'ਚ ਵਿਦਿਆਰਥੀ ਵੀ ਹੈ। ਤੇ ਪਿਛਲੇ 83 ਦਿਨਾਂ ਤੋਂ ਇਹ ਮੰਗ ਹੋ ਰਹੀ ਹੈ ਕਿ ਇਸ ਯੂਨੀਵਰਸਿਟੀ ਨੂੰ ਗ੍ਰਾਂਟ ਦਿੱਤੀ ਜਾਵੇ, ਇਹਦੀ ਆਟੋਨਮੀ ਬਹਾਲ ਰੱਖੀ ਜਾਵੇ, ਸਮੇਂ ਸਿਰ ਤਨਖਾਹਾਂ ਦਿੱਤੀਆਂ ਜਾਣ, ਪੈਨਸ਼ਨਾਂ ਦਿੱਤੀਆਂ ਜਾਣ ਤੇ ਫੀਸਾਂ ਨਾ ਵਧਾਈਆਂ ਜਾਣ। ਇਹ 5 ਮੁੱਦੇ ਹੈ ਜਿਹੜੇ ਜੁਆਇੰਟ ਐਕਸ਼ਨ ਕਮੇਟੀ ਦੇ। ਤੇ ਹਰੇਕ ਮਹੀਨੇ ਜਿਹੜੀ ਤਨਖਾਹ ਹੈ ਉਹ ਲੇਟ ਹੁੰਦੀ ਹੈ ਕਿਉਂਕਿ ਗ੍ਰਾਂਟ ਨਹੀਂ ਹੈ, ਤੇ ਵਾਈਸ ਚਾਂਸਲਰ ਦਰ ਦੀਆਂ ਠੋਕਰਾਂ ਖਾਂਦਾ ਫਿਰਦਾ, ਕਦੇ ਕਿਸੇ ਅੱਗੇ ਠੂਠਾ ਲੈ ਕੇ ਫੜਦਾ, ਤੇ ਅਲਟੀਮੇਟਲੀ ਅਨਫਾਰਚੂਨੇਟ ਹੋਇਆ ਕਿ ਇਸੇ ਸਰਕਾਰ ਦਾ ਵਾਈਸ ਚਾਂਸਲਰ ਲਾਇਆ ਵਾ, ਉਹਨੂੰ ਮਤਲਬ ਇੰਨੀ ਕੁ ਜਲਾਲਤ ਹੋ ਗਈ ਕਿ ਉਹ ਰਿਜ਼ਾਈਨ ਕਰਕੇ ਚਲਾ ਗਿਆ। ਤੇ ਰਿਜ਼ਾਈਨ ਕਰਤਾ ਉਹਨੇ, ਕਿ ਉਹ ਰਿਜ਼ਾਈਨ ਮਨਜ਼ੂਰ ਹੁੰਦਾ ਕਿ ਨਹੀਂ ਹੁੰਦਾ। ਇਹਦੇ ਵਿੱਚ ਬਜਾਏ ਇਸ ਦੇ ਕਿ ਉਸ ਯੂਨੀਵਰਸਿਟੀ ਦੀ ਮਦਦ ਕੀਤੀ ਜਾਵੇ, ਯੂਨੀਵਰਸਿਟੀ ਦੇ ਹਿੱਤ ਨੂੰ ਦੇਖਿਆ ਜਾਵੇ, ਉਹਦੀ ਬਜਾਏ ਰਾਹੁਲ ਭੰਡਾਰੀ ਜਿਹੜਾ ਹਾਇਰ ਐਜੂਕੇਸ਼ਨ ਸੈਕਟਰੀ ਹੈ, ਉਹਨੇ ਇੱਕ ਆਪਣਾ ਗੈਂਗ ਪੈਦਾ ਕਰ ਲਿਆ ਉਰੇ। ਉਹਦੇ ਵਿੱਚ ਮੈਂ ਸ਼ਬਦ ਬੜੇ ਸੋਚ ਸਮਝ ਕੇ ਕਹਿੰਦਾ, ਉਹ ਦੱਲਾ ਕਿਸਮ ਦੇ ਬੰਦੇ ਆ ਜਿਹੜੇ ਪੋਸਟਾਂ ਲੈਣ ਲਈ ਯੂਨੀਵਰਸਿਟੀ ਦੇ ਖਿਲਾਫ ਕੰਮ ਕਰ ਰਹੇ ਹੈ। ਮਤਲਬ ਪਲ ਦੀ ਹਰੇਕ ਮੀਟਿੰਗ ਦੀ ਖਬਰ ਉਹਨੂੰ ਦੇਣੀ, ਰਾਹੁਲ ਭੰਡਾਰੀ ਨੂੰ, ਹਰੇਕ ਉਹਦੇ 'ਤੇ ਕਹਿਣਾ, ਫਿਰ ਚਿੱਠੀਆਂ 'ਤੇ ਚਿੱਠੀਆਂ ਲਿਖਣਾ। ਕੀ ਰਾਹੁਲ ਭੰਡਾਰੀ ਨੂੰ ਇਕੱਲੀ ਪੰਜਾਬੀ ਯੂਨੀਵਰਸਿਟੀ ਦਿਖਦੀ ਹੈ? ਕੀ ਹਾਇਰ ਐਜੂਕੇਸ਼ਨ ਸੈਕਟਰੀ ਨੂੰ ਸਰਕਾਰੀ ਕਾਲਜ ਨਹੀਂ ਦਿਖਦੇ ਜਿੱਥੇ 338 ਟੀਚਰ ਹੀ ਹੈ? ਕੀ ਉਹਨੂੰ ਬਾਕੀ ਸੰਸਥਾਵਾਂ ਨਹੀਂ ਦਿਖਦੀਆਂ? ਕੀ ਉਹਦਾ ਕੀ ਇੰਟਰਸਟ ਹੈ? ਮੈਨੂੰ ਇਹ ਦੱਸੋ ਕਿ ਜਿਹੜਾ ਹਾਇਰ ਐਜੂਕੇਸ਼ਨ ਸੈਕਟਰੀ ਹੈ ਉਹਦਾ ਕੀ ਇੰਟਰਸਟ ਹੈ ਪੰਜਾਬੀ ਯੂਨੀਵਰਸਿਟੀ 'ਚ ਡੀਸਟੇਬਲਾਈਜ਼ ਯੂਨੀਵਰਸਿਟੀ ਨੂੰ ਕਰਨ ਲਈ? ਅਸੀਂ ਉਹਨੂੰ ਇਹ ਕਹਿੰਦੇ ਹਾਂ, ਅਸੀਂ ਚਿੱਠੀਆਂ ਲਿਖੀਆਂ, ਰੀਪ੍ਰਜੈਂਟੇਸ਼ਨ ਦਿੱਤੀਆਂ ਕਿ ਤੁਸੀਂ ਗ੍ਰਾਂਟ ਦਿਓ, ਸਾਡੇ ਕੋਲ ਅੱਜ ਤੱਕ ਕੋਈ ਉਹਦਾ ਜਵਾਬ ਨਹੀਂ ਆਇਆ। ਜੁਆਇੰਟ ਐਕਸ਼ਨ ਕਮੇਟੀ ਵੱਲੋਂ ਵੀ ਦਿੱਤੀਆਂ, ਪੂਟਾ ਵੱਲੋਂ ਵੀ ਭੇਜੀਆਂ ਗਈਆਂ, CM ਨੂੰ ਵੀ ਭੇਜੀਆਂ ਗਈਆਂ, ਐਜੂਕੇਸ਼ਨ ਮਿਨਿਸਟਰ ਨੂੰ ਵੀ ਭੇਜੀਆਂ ਗਈਆਂ, ਗਵਰਨਰ ਸਾਹਿਬ ਨੂੰ ਵੀ ਭੇਜੀਆਂ ਗਈਆਂ। ਉਹ ਨੇ ਕਿਹੜੀ ਚਿੱਠੀ ਲਿਖੀ? ਸਗੋਂ ਬਿਆਨ ਉਹਨੇ ਇਹ ਦਿੱਤਾ ਜਿਹੜਾ ਕਿ ਝੂਠ ਬੋਲਿਆ ਉਹਨੇ ਅਖਬਾਰ ਦੇ ਵਿੱਚ, ਸਕੱਤਰ ਨੇ, ਕਿ ਸਾਡੇ ਕੋਲ ਕੋਈ ਪ੍ਰਪੋਜ਼ਲ ਨਹੀਂ ਆਈ। 300 ਕਰੋੜ ਦੀ ਪ੍ਰਪੋਜ਼ਲ ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਨੇ ਭੇਜੀ। ਕਿਹੜੀ ਗੱਲ ਤੇ ਝੂਠ ਬੋਲ ਰਿਹਾ? ਉਹਦਾ ਕੀ ਮਨਸ਼ਾ ਸੀ ਝੂਠ ਬੋਲਣ ਦਾ? ਉਹ ਆਪਣੀਆਂ ਕੋਈ ਸਕੀਮਾਂ ਕੱਢ ਰਿਹਾ। ਇਹ ਸਕੀਮਾਂ ਪੰਜਾਬੀ ਯੂਨੀਵਰਸਿਟੀ 'ਚ ਨਹੀਂ ਕਾਮਯਾਬ ਹੋਣੀਆਂ ਜੇ ਹੁਣ ਇਹ ਵਾਈਸ ਚਾਂਸਲਰ ਦਾ ਰਿਜ਼ਾਈਨ ਮਨਜ਼ੂਰ ਕਰ ਲਿਆ ਜਾਂਦਾ। ਜਿਹੜਾ ਅਗਲਾ ਵਾਈਸ ਚਾਂਸਲਰ ਆਊਗਾ, ABC ਜਿਹੜਾ ਮਰਜ਼ੀ ਆਵੇ। ਪਹਿਲੀ ਗੱਲ ਤਾਂ ਜੇ ਹਾਇਰ ਐਜੂਕੇਸ਼ਨ ਸੈਕਟਰੀ ਜਿਵੇਂ ਕਿ ਪਹਿਲਾਂ ਦਿੱਤਾ ਜਾਂਦਾ ਰਿਹਾ, ਚਾਰਜ ਦਿੱਤਾ ਗਿਆ, ਤਾਂ ਅਸੀਂ ਇਹ ਇੱਥੋਂ ਕਹਿੰਦੇ ਹਾਂ ਜੁਆਇੰਟ ਐਕਸ਼ਨ ਕਮੇਟੀ ਵੱਲੋਂ ਵੀ ਕੰਮ BC ਨੂੰ ਇੱਥੇ ਆ ਕੇ ਕਰਨਾ ਪਊਗਾ। ਸਿਵਲ ਸੈਕਟਰੀਏਟ ਚੰਡੀਗੜ੍ਹ ਨਹੀਂ ਚੱਲੂਗਾ। ਇੱਥੇ ਮੁਲਾਜ਼ਮ ਤੇ ਇੱਥੇ ਅਧਿਆਪਕ ਉਹਨਾਂ ਦੀਆਂ ਸਮੱਸਿਆਵਾਂ ਇੱਥੇ ਨੇ। ਸਰ, ਲੰਬੇ ਸਮੇਂ ਤੋਂ ਸੰਘਰਸ਼ ਚੱਲ ਰਿਹਾ, ਚਾਹੇ ਪ੍ਰੋਫੈਸਰਾਂ ਦੀ ਗੱਲ ਕਰੀਏ, ਵਿਦਿਆਰਥੀਆਂ ਦੀ ਕਰੀਏ, ਆਰਥਿਕ ਸੰਕਟ ਤੋਂ ਯੂਨੀਵਰਸਿਟੀ ਜੂਝ ਰਹੀ ਸੀ। ਇਹਦੇ ਕਰਕੇ ਹੀ ਅਸਤੀਫਾ ਦੇ ਦਿੱਤਾ ਗਿਆ ਕਿਉਂਕਿ ਹੱਲ ਨਹੀਂ ਹੋ ਰਿਹਾ, ਗ੍ਰਾਂਟ ਹੈ ਨਹੀਂ ਸੀਗੀ। ਬਿਲਕੁਲ 1991-92 'ਚ ਇਸ ਯੂਨੀਵਰਸਿਟੀ ਦੀ ਜਿਹੜੀ ਗ੍ਰਾਂਟ ਹੈ, ਜਿਹੜੀਆਂ ਸਟੂਡੈਂਟ ਦੀਆਂ ਫੀਸਾਂ ਨੇ, ਉਹਦਾ
9 ਗੁਣਾ ਦੇ ਕਰੀਬ ਹੈ, 9 ਗੁਣਾ ਦੇ। ਜਿਹੜੀ ਸੈਲਰੀ ਬਿੱਲ ਹੈ ਉਹਦਾ 125% ਹੈ। ਇਸ ਵੇਲੇ ਸਟੂਡੈਂਟਾਂ ਦੀਆਂ ਫੀਸਾਂ ਦੀ ਅੱਧੀ ਹੈ ਗ੍ਰਾਂਟ, ਤੇ ਜਿਹੜੀ ਸੈਲਰੀ ਬਿੱਲ ਹੈ ਉਹਦਾ ਚੌਥਾ ਹਿੱਸਾ 32 ਕਰੋੜ ਸਾਡਾ ਹਰੇਕ ਮਹੀਨੇ ਦਾ ਸੈਲਰੀ ਬਿੱਲ ਹੈ। 190 ਕਰੋੜ ਸਟੂਡੈਂਟਾਂ ਦੀਆਂ ਫੀਸਾਂ ਨੇ ਤੇ ਸਰਕਾਰ ਦੇ ਰਹੀ ਹੈ 108 ਕਰੋੜ। ਉਹਦੀ ਨਾ ਤਾਂ ਫਾਈਨਾਂਸ ਮਿਨਿਸਟਰ ਗੱਲ ਕਰਦਾ, ਨਾ ਉਹਦੀ ਸੀਐਮ ਗੱਲ ਕਰ ਰਹੇ ਹੈ, ਨਾ ਉਹਦੀ ਇਹ ਰਾਹੁਲ ਭੰਡਾਰੀ ਗੱਲ ਕਰਦਾ, ਨਾ ਇਹਦੀ ਰਾਹੁਲ ਭੰਡਾਰੀ ਗੱਲ ਪੁੱਟ ਕਰ ਰਿਹਾ। ਸੰਘਰਸ਼ ਜਾਰੀ ਰਹੂਗਾ ਜੀ ਆਪਣਾ। ਅਸੀਂ ਅਪੀਲ ਕਰਦੇ ਹਾਂ ਸੀਐਮ ਸਾਹਿਬ ਨੂੰ ਕਿ ਜੇ ਬਾਈ ਚਾਂਸਲਰ ਮਤਲਬ ਰਿਜ਼ਾਈਨ ਕਰ ਗਿਆ, ਪਹਿਲੀ ਗੱਲ ਤਾਂ ਜਿਹੜਾ ਬੰਦਾ BC ਲੱਗਣ ਲਈ ਐਲੀਜੀਬਲ ਹੋਵੇ ਉਹਨੂੰ ਚਾਰਜ ਦਿੱਤਾ ਜਾਵੇ, ਫਿਰ ਵਾਈਸ ਚਾਂਸਲਰ ਲਾਇਆ ਜਾਵੇ। ਲੱਗਦਾ ਨਹੀਂ ਜੇ BC ਲਾਣਗੇ ਬਿਨਾਂ ਗ੍ਰਾਂਟ ਤੋਂ ਫਿਰ ਕਿੱਦਾਂ ਚੱਲੇਗਾ ਜੀ, ਕਿਉਂਕਿ ਗ੍ਰਾਂਟ ਹੀ ਨਹੀਂ ਹੈ BC ਤਾਂ ਹੀ ਅਸਤੀਫਾ ਦੇਗੇ ਜੀ। ਦੂਜਾ ਮੈਂ ਜਿਹੜੀ ਗੱਲ ਕਹਿਣੀ ਚਾਹੁੰਦਾ, ਇੱਥੇ ਟੈਂਟਡ ਬੰਦੇ ਹੈਗੇ ਆ ਜਿਹੜੇ ਦੌੜ ਭੱਜ ਕਰ ਰਹੇ ਆ ਕਿ ਅਸੀਂ BC ਬਣ ਜਾਈਏ। ਉਹਨਾਂ ਦਾ ਯੂਨੀਵਰਸਿਟੀ ਦੇ ਹਿੱਤ ਨਾਲ ਕੋਈ ਲੈਣ ਦੇਣ ਨਹੀਂ ਹੈ। ਉਹਨਾਂ ਤੋਂ ਗਰੇਜ ਕਰਿਆ ਜਾਵੇ, ਉਹਨਾਂ ਤੋਂ ਬਚਾਇਆ ਜਾਵੇ ਯੂਨੀਵਰਸਿਟੀ ਨੂੰ ਕੋਈ ਬਾਈ ਚਾਂਸਲਰ ABC ਜਿਹੜਾ ਮਰਜ਼ੀ ਹੋਵੇ, ਜਿਹਨੂੰ ਮਰਜ਼ੀ ਚਾਰਜ ਦਿਓ। ਆਉਂਦੇ ਨੂੰ 1 ਤਰੀਕ ਨੂੰ ਧਰਨੇ ਰੈਲੀ ਮੁਜ਼ਾਹਰੇ ਖੜਿਆ, ਜੇ ਤਨਖਾਹ ਪੈਨਸ਼ਨ ਨਹੀਂ ਮਿਲਦੀ ਤੇ ਜਿਹੜੇ ਨੂੰ ਵੀ ਦੇਣਾ ਪਹਿਲਾਂ ਗ੍ਰਾਂਟ ਦਿਓ, ਤੇ ਗ੍ਰਾਂਟ ਤਾਂ ਇਸੇ ਵਾਈਸ ਚਾਂਸਲਰ ਨੂੰ ਦੇ ਦਿਓ, ਯੂਨੀਵਰਸਿਟੀ ਚੱਲ ਜੂਗੀ। ਤੇ ਜੇ ਤੁਸੀਂ ਇਸ BC ਤੋਂ ਲੈ ਲਿਆ ਅਗਲੇ ਨੂੰ ਲਾ ਦਿਓ ਤੇ ਉਹਨੂੰ ਵੀ ਗ੍ਰਾਂਟ ਨਾ ਦਿਓ, ਉਹਦਾ ਵੀ ਹਾਲ ਇਹੀ ਹੋਣਾ। ਰੌਲਾ ਮੇਨ ਮੁੱਦਾ ਗ੍ਰਾਂਟ ਦਾ, ਆਟੋਨਮੀ ਦਾ, ਪੈਨਸ਼ਨਾਂ ਤਨਖਾਹਾਂ ਦਾ ਤੇ ਫੀਸਾਂ ਦਾ। ਸੋ ਇਸ ਲਈ ਅਸੀਂ ਇਸ ਮਾਧਿਅਮ ਤੇ ਅਪੀਲ ਕਰਦੇ ਹਾਂ ਤੁਹਾਡੇ ਰਾਹੀਂ CM ਸਾਹਿਬ ਨੂੰ ਕਿ ਆਪਣਾ ਨਿੱਜੀ ਹਿੱਤ ਇੰਟਰਸਟ ਲੈਣ ਤੇ ਇਸ ਯੂਨੀਵਰਸਿਟੀ ਨੂੰ ਗ੍ਰਾਂਟ ਦਿਵਾਉਣ, ਤੇ ਜਿਹੜਾ ਉਚੇਰੀ ਸਿੱਖਿਆ ਸਕੱਤਰ ਹੈਗਾ ਉਹਨੂੰ ਰੋਕਣ ਵੀ ਇਹ ਜਿਹੀਆਂ ਜਿਹੜੀ ਬਦਨਾਮੀ ਵਾਲੀਆਂ, ਇਹ ਕਾਂਗਰਸ ਜਿਹੜੀ ਸਰਕਾਰ ਹੈ ਉਹਦੇ ਵੀ ਖਿਲਾਫ ਜਾਊਗਾ ਵੀ ਇਸ ਤਰ੍ਹਾਂ ਦੀ ਕਾਰਵਾਈ ਤੋਂ ਉਹ ਗਰੇਜ ਕਰੇ। ਹੋਰ ਵੀ ਸਾਡੇ ਨਾਲ ਅਸੀਂ ਉਹਨਾਂ ਤੋਂ ਵੀ ਜਾਣ ਲੈਣਾ। ਜਿਹੜੀ ਗੱਲ ਕਰੀਏ ਪ੍ਰਦਰਸ਼ਨ ਜਿਹੜਾ ਚੱਲ ਰਿਹਾ ਆਪਣੀ ਮੰਗਾਂ ਨੂੰ ਲੈ ਕੇ, ਗ੍ਰਾਂਟ ਹੈ ਨਹੀਂ, ਆਰਥਿਕ ਸੰਕਟ ਤੋਂ ਜੂਝ ਰਹੀ ਹੈ, ਤੁਹਾਡੀ ਕੀ ਮੰਗ ਜਿਹਨੂੰ ਲੈ ਕੇ ਪੂਰੇ ਬੈਠੇ ਜੀ? ਦੇਖੋ ਸਾਰੀਆਂ ਮੰਗਾਂ ਜਿਹੜੀਆਂ ਨੇ ਉਹ ਡਾਕਟਰ ਸਾਹਿਬ ਨੇ ਪਹਿਲਾਂ ਹੀ ਐਕਸਪਲੇਨ ਕਰ ਦਿੱਤੀਆਂ। ਦੇਖੋ ਮੁੱਖ ਮੰਗ ਜਿਹੜੀ ਹੈ ਉਹ ਹੈ ਗ੍ਰਾਂਟ ਦੀ, ਜਿਹੜੀ ਸਰਕਾਰ ਨੇ ਦੇਣੀ ਹੈ। ਸਰਕਾਰ ਕਹਿੰਦੀ ਹੈ ਕਿ ਇੱਥੋਂ ਰਿਸੋਰਸਿਸ ਪੈਦਾ ਕਰੋ। ਦੇਖੋ ਫੀਸਾਂ ਬੱਚਿਆਂ ਦੀਆਂ ਅਸੀਂ ਇੱਕ ਲੈਵਲ ਤੋਂ ਵੱਧ ਨਹੀਂ ਕਰ ਸਕਦੇ। ਬੱਚੇ ਜਿਹੜੇ ਨੇ ਉਹ ਆਰਥਿਕ ਪੱਖੋਂ ਇੰਨੇ ਸਾਊਂਡ ਨਹੀਂ ਹੈਗੇ ਕਿ ਉਹ ਇੱਥੇ ਆ ਕੇ ਇੰਨੀਆਂ ਫੀਸਾਂ ਭਾਰੀ ਦੇ ਕੇ ਤੇ ਇੱਥੇ ਪੜ੍ਹ ਸਕਣ। ਇਸੇ ਦੇ ਚੱਲਦੇ ਵਾਈਸ ਚਾਂਸਲਰ ਨੇ ਅਸਤੀਫਾ ਦਿੱਤਾ ਜੀ ਗ੍ਰਾਂਟ। ਬਿਲਕੁਲ ਸਹੀ ਹੈ, ਕਿਉਂਕਿ ਸਰਕਾਰ ਗ੍ਰਾਂਟ ਨਹੀਂ ਸੀ ਦੇ ਰਹੀ। ਸੰਘਰਸ਼ ਜਾਰੀ ਰਹੂਗਾ? ਬਿਲਕੁਲ ਜਾਰੀ ਰਹੂ। ਹੋਰ ਵੀ ਸਾਡੇ ਨਾਲ ਆ, ਅਸੀਂ ਉਹਨਾਂ ਤੋਂ ਵੀ ਜਾਣ ਲੈਣਾ। ਸਰ ਗੱਲ ਕਰੀਏ, ਵਾਈਸ ਚਾਂਸਲਰ ਵੀ ਅਸਤੀਫਾ ਦੇ ਕੇ ਆਰਥਿਕ ਸੰਕਟ ਤੋਂ ਜੂਝ ਰਹੀ ਸੀ, ਕੀ ਇਹੀ ਕਾਰਨ ਹੈ ਜੀ ਗ੍ਰਾਂਟ ਨਾ ਮਿਲਣ ਕਰਕੇ ਅਸਤੀਫਾ? ਇਹਦਾ ਇੱਕੋ ਹੀ ਇਹੀ ਰੀਜ਼ਨ ਹੈ ਜੀ, ਜਿਹੜਾ ਗ੍ਰਾਂਟ ਦਾ ਨਾਂ ਰਿਲੀਜ਼ ਕਰਨਾ। ਜੇ ਗ੍ਰਾਂਟ ਸਮੇਂ ਸਿਰ ਰਿਲੀਜ਼ ਕਰ ਦਿੱਤੀ ਜਾਂਦੀ, ਜਿਹੜੀ ਯੂਨੀਵਰਸਿਟੀ ਦੀ ਸਿਚੁਏਸ਼ਨ ਆ ਉਹ ਬਿਲਕੁਲ ਡਿਫਰੈਂਟ ਹੋਣੀ ਸੀ। ਨਵਾਂ BC ਲੱਗੇਗਾ, ਕੀ ਉਹਨੂੰ ਗ੍ਰਾਂਟ ਆਏਗੀ ਜੀ? ਲੱਗਦਾ ਦੇਖੋ ਸਾਡੀ ਇਹੀ ਮੰਗ ਹੈ, ਸਾਨੂੰ ਵਾਈਸ ਚਾਂਸਲਰ ABC ਜਿਹਨੂੰ ਵੀ ਲਾ ਦੇਣ, ਸਾਨੂੰ ਉਹਦੀ ਨਾਲ ਕੋਈ ਕੰਸਰਨ ਨਹੀਂ। ਸਾਡਾ ਸਿਰਫ ਇੱਕੋ ਹੀ ਕੰਸਰਨ ਆ ਕਿ ਸਾਡਾ ਇੰਸਟੀਚਿਊਟ, ਸਾਡੀ ਯੂਨੀਵਰਸਿਟੀ ਨੂੰ ਜਿਹੜੀ ਆ ਆਰਥਿਕ ਸੰਕਟ ਚੋਂ ਕੱਢਣ ਲਈ ਸਰਕਾਰ ਨੂੰ ਯਕਮੁਸ਼ਤ ਗ੍ਰਾਂਟ ਪਲੱਸ ਜਿਹੜੀ ਸਾਡੀ ਮਹੀਨਾਵਾਰ ਗ੍ਰਾਂਟ ਹੈ, ਜਿਹੜੀ ਇਸ ਟਾਈਮ 8.70 ਕਰੋੜ ਹੈ, ਉਹਦੀ ਥਾਂ ਤੇ ਸਾਡੀ ਸੈਲਰੀ ਦਾ ਖਰਚਾ ਜਿਹੜਾ ਹੈ ਉਹ ਪੂਰਾ ਸਰਕਾਰ ਵੱਲੋਂ ਬੀਅਰ ਕਰਨਾ ਚਾਹੀਦਾ। ਹੋਰ ਅਸੀਂ ਇਸ ਜਿਹੜੇ ਆਰਥਿਕ ਸੰਕਟ ਚੋਂ ਬਾਹਰ ਨਿਕਲ ਸਕਾਂਗੇ। ਇਹੀ ਜਿਹੜੀ ਸਾਰੇ ਮਸਲਿਆਂ ਨੂੰ ਸੁਲਝਾਉਣ ਦੀ ਜਿਹੜਾ ਸਭ ਤੋਂ ਕੀ ਇਸ਼ੂ ਹੈਗਾ। ਹੋਰ ਵੀ ਸਾਡੇ ਨਾਲ ਹੈ। ਸਰ ਗੱਲ ਕਰੀਏ, ਵਾਈਸ ਚਾਂਸਲਰ ਨੇ ਵੀ ਅਸਤੀਫਾ ਦੇ ਦਿੱਤਾ, ਕਰਮਚਾਰੀ ਵੀ ਧਰਨੇ ਪ੍ਰਦਰਸ਼ਨ ਲਾ ਰਹੇ, ਵਿਦਿਆਰਥੀ ਵੀ ਆਪਣੀ ਮੰਗਾਂ, ਆਰਥਿਕ ਸੰਕਟ ਤੋਂ ਜੂਝ ਰਹੀ ਸੀ ਯੂਨੀਵਰਸਿਟੀ, ਕੀ ਇਹੀ ਕਾਰਨ ਹੈ BC ਨੇ ਜਿਹੜਾ ਆਪਣਾ ਜਿਹੜਾ ਹੈ ਅਸਤੀਫਾ ਦਿੱਤਾ ਜੀ? ਬਿਲਕੁਲ ਜੀ, ਇਹਦੇ 'ਚ ਕੋਈ ਸ਼ੱਕ ਨਹੀਂ ਜੀ। ਜਦੋਂ ਤੱਕ ਗ੍ਰਾਂਟ ਯੂਨੀਵਰਸਿਟੀ ਨੂੰ ਨਹੀਂ ਮਿਲਦੀ ਜੀ ਉਦੋਂ ਤੱਕ ਇਸੇ ਤਰ੍ਹਾਂ ਹੀ ਧਰਨੇ ਮੁਜ਼ਾਹਰੇ ਹੁੰਦੇ ਰਹਿਣਗੇ। ਹੁਣ ਵਾਈਸ ਚਾਂਸਲਰ ਸਾਹਿਬ ਨੇ ਵੀ ਅਸਤੀਫਾ ਤਾਂ ਹੀ ਦਿੱਤਾ ਨੇ ਜੀ, ਗ੍ਰਾਂਟ ਜਦੋਂ ਤੱਕ ਨਹੀਂ ਦਿੰਦੀ। ਬਾਕੀ ਮੇਰੇ ਤੋਂ ਪਹਿਲਾਂ ਜਿਹੜੇ ਸਾਰਿਆਂ ਨੇ ਦੱਸ ਦਿੱਤਾ ਵੀ 1992 ਤੋਂ ਲੈ ਕੇ ਸਾਰਾ ਕੁਝ ਬਤੌਰ ਇਹਨਾਂ ਨੂੰ ਮੈਮੋਰੈਂਡਮ, ਬਤੌਰ ਲਿਖਤੀ ਰੂਪ ਦੇ ਵਿੱਚ ਸਾਰਾ ਕੁਝ ਇਹਨਾਂ ਦੇ ਕੋਲ ਪਹੁੰਚ ਚੁੱਕਿਆ ਜੀ। ਜੇ ਕੋਈ ਕਹਿੰਦਾ ਹੈ ਜੇ ਅੱਜ ਮਤਲਬ ਉਚੇਰੀ ਸਿੱਖਿਆ ਮੰਤਰੀ ਕਹੇ ਜੀ ਜਾਂ ਰਾਹੁਲ ਭੰਡਾਰੀ ਜੀ ਜਿਹੜੇ ਨੇ ਉਹ ਕਹਿਣ ਵੀ ਸਾਡੇ ਨਾਲ ਇਸ ਤਰ੍ਹਾਂ ਸੰਬੰਧੀ ਕੋਈ ਰਾਬਤਾ ਨਹੀਂ ਹੋਇਆ, ਇਹ ਬਿਲਕੁਲ ਝੂਠ ਹੈ ਜੀ। ਇਹ 83ਵਾਂ ਦਿਨ ਹੋ ਗਿਆ ਜੀ ਅੱਜ ਜੁਆਇੰਟ ਐਕਸ਼ਨ ਕਮੇਟੀ ਨੂੰ ਧਰਨਾ ਦਿੱਤੇ ਹੋਏ, ਤੇ ਜਦੋਂ ਤੱਕ ਗ੍ਰਾਂਟ ਸਾਡੇ ਵੱਲੋਂ ਤਾਂ ਜਿਹੜਾ ਮਰਜ਼ੀ ਵਾਈਸ ਚਾਂਸਲਰ ਲਾ ਕੀ ਮੰਗ ਕਰਦੇ ਸਰਕਾਰ? ਅਸੀਂ ਇੱਕੋ ਹੀ ਮੰਗ ਕਰਦੇ ਹਾਂ ਜੀ, ਅਪੀਲ ਕਰਦੇ ਹਾਂ ਜੀ ਇਹ ਆਪਣਾ ਮਹਾਰਾਜ ਸਾਹਿਬ ਨੂੰ ਵੀ, ਕਿਉਂਕਿ ਉਹਨਾਂ ਦਾ ਆਪਣਾ ਇਹ ਉਹ ਹੈ ਜੀ, ਆਪਣਾ ਹਲਕਾ ਵੀ ਹੈ, ਉਹਨਾਂ ਦਾ ਆਪਣਾ ਸਾਰਾ ਕੁਝ ਹੈ ਜੀ, ਜਿਹਦੇ 'ਚ 7-8 ਮਤਲਬ ਵਿਧਾਨ ਸਭਾ ਹਲਕੇ ਪੈਂਦੇ ਨੇ। ਇਸ ਤੋਂ ਬਿਨਾਂ ਹੋਰ ਸੈਂਟਰ ਵੀ ਨੇ ਜੀ ਸਾਡੀ ਉਹਨਾਂ ਨੂੰ ਇਹੀ ਬੇਨਤੀ ਤੇ ਅਪੀਲ ਹੈ ਜੀ, ਮਤਲਬ ਵਾਈਸ ਚਾਂਸਲਰ ਜਿਹੜਾ ਮਰਜ਼ੀ ਲਾਣ, ਗ੍ਰਾਂਟ ਲੈ ਕੇ VC ਸਾਹਿਬ ਇੱਥੇ ਆਉਣ, ਤੇ ਜਿਹੜੀ ਯੂਨੀਵਰਸਿਟੀ ਦੀ ਜਿਹੜੀ ਆਟੋਨਮੀ ਹੈ
ਉਹਨੂੰ ਬਹਾਲ ਕੀਤਾ ਜਾਏ, ਉਹਦੇ 'ਚ ਦਖਲਅੰਦਾਜ਼ੀ ਬੰਦ ਕੀਤੀ ਜਾਏ। ਜਿਹੜੇ ਬਾਹਰੋਂ ਉਚੇਰੀ ਸਿੱਖਿਆ ਮੰਤਰੀ ਜਾਂ ਕੋਈ ਵੀ ਦਖਲਅੰਦਾਜ਼ੀ ਕਰ ਰਿਹਾ, ਇਹ ਟੋਰਮਸ ਬੋਡੀ ਹੈ ਸਿੰਡੀਕੇਟ ਸਾਡੀ, ਤੇ ਇਹਦੇ 'ਚ ਅਸੀਂ ਮਤਲਬ ਕਿਸੇ ਤਰ੍ਹਾਂ ਦੀ ਨਹੀਂ ਹੋਣ ਦੇਵਾਂਗੇ ਜੀ। ਤੇ ਕਿਤੇ ਨਾ ਕਿਤੇ ਸਾਫ਼ ਤੌਰ ਤੇ ਜਿਹੜੇ ਕਰਮਚਾਰੀ ਹੈ ਇਹਨਾਂ ਦਾ ਵੀ ਧਰਨਾ ਪ੍ਰਦਰਸ਼ਨ ਜਿਹੜਾ ਹੈ ਜਾਰੀ ਹੈ। ਸਾਫ਼ ਤੌਰ ਤੇ ਇਹਨਾਂ ਦਾ ਕਹਿਣਾ BC ਵਾਈਸ ਚਾਂਸਲਰ ਕਿਸੇ ਨੂੰ ਵੀ ਲਾਵੇ ਸਰਕਾਰ, ਲੇਕਿਨ ਗ੍ਰਾਂਟ ਦੇਵੇ। ਗ੍ਰਾਂਟ ਨਾ ਹੋਣ ਕਰ ਆਰਥਿਕ ਸੰਕਟ ਤੇ ਚੱਲਦੇ ਹੋਏ ਯੂਨੀਵਰਸਿਟੀ ਜੂਝ ਰਹੀ ਸੀ, ਜਿਹਦੇ ਚੱਲਦੇ ਵਾਈਸ ਚਾਂਸਲਰ ਵੱਲੋਂ ਵੀ ਅਸਤੀਫਾ ਦਿੱਤਾ ਗਿਆ ਤੇ ਇੱਥੇ ਤਨਖਾਹ ਨਾ ਮਿਲਣ ਦੇ ਵਿਰੋਧ ਦੇ ਵਿੱਚ ਵੀ ਜਿਹੜੇ ਕਰਮਚਾਰੀ ਹੈ ਧਰਨਾ ਪ੍ਰਦਰਸ਼ਨ ਤੇ ਡਟੇ ਹੋਏ ਆ। ਇਹਨਾਂ ਦਾ ਕਹਿਣਾ ਹੈ ਕਿ ਸਾਫ਼ ਤੌਰ ਤੇ ਪੰਜਾਬ ਸਰਕਾਰ ਦੇ ਜਿਹੜੇ ਮੰਤਰੀ ਆ ਉਹ ਦਖਲਅੰਦਾਜ਼ੀ ਨਾ ਦੇਣ, ਉਲਟਾ ਯੂਨੀਵਰਸਿਟੀ ਨੂੰ ਗ੍ਰਾਂਟ ਦੇਣ, ਨਹੀਂ ਤਾਂ ਇਹ ਸੰਘਰਸ਼ ਜਾਰੀ ਰਹੇਗਾ। ਉੱਥੇ ਵਿਦਿਆਰਥੀ ਵੀ ਸਾਡੇ ਨਾਲ ਹੈ, ਅਸੀਂ ਉਹਨਾਂ ਤੋਂ ਜਾਣ ਲੈਂਦੇ ਹਾਂ ਕਿ ਵਾਈਸ ਚਾਂਸਲਰ ਜਿੰਨਾ ਚਿਰ ਰਹੇ ਆ ਯੂਨੀਵਰਸਿਟੀ 'ਚ ਕੀ ਕੁਝ ਉਹਨਾਂ ਨੇ ਪ੍ਰਾਪਤੀਆਂ ਕਰੀਆਂ, ਕੀ ਕੁਝ ਕੰਮਕਾਰ ਕਰਿਆ। ਸਰ ਗੱਲ ਕਰੀਏ ਤਾਂ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਅਸਤੀਫਾ ਦੇ ਕੇ ਜਿੰਨਾ ਚਿਰ ਉਹ ਵਾਈਸ ਚਾਂਸਲਰ ਰਹੇ ਆ, ਕੀ ਕੁਝ ਉਹਨਾਂ ਨੇ ਕੀਤਾ ਯੂਨੀਵਰਸਿਟੀ ਲਈ? ਦੇਖੋ, ਇਹ ਆ ਵੀ ਜਿਹੜੀਆਂ ਯੂਨੀਵਰਸਿਟੀਆਂ ਹੁੰਦੀਆਂ ਨੇਗੀਆਂ, ਇਹ ਸਮਾਜ ਨੂੰ ਅੱਗੇ ਵਧਾਉਣ ਲਈ, ਸਮਾਜ ਨੂੰ ਸੇਧ ਦੇਣ ਲਈ ਹੁੰਦੀਆਂ ਨੇਗੀਆਂ, ਖਾਸ ਤੌਰ ਤੇ ਨਵੇਂ ਰਿਸਰਚ ਸਮਾਜ ਨੂੰ ਦੇਣ ਦੇ ਲਈ। ਪਰ ਆਪਾਂ ਦੇਖ ਸਕਦੇ ਹਾਂ, ਚਾਹੇ ਇਹ ਵਾਈਸ ਚਾਂਸਲਰ ਸੀ, ਚਾਹੇ ਉਸ ਤੋਂ ਪਿਛਲੇ ਵਾਈਸ ਚਾਂਸਲਰ ਸੀ, ਲਗਾਤਾਰ ਸਰਕਾਰ ਨੇ ਜਿਹੜਾ ਗਾ ਇੱਥੋਂ ਦੀ ਜਿਹੜੀ ਪੰਜਾਬੀ ਯੂਨੀਵਰਸਿਟੀ ਆ ਸਾਡੀ, ਜਿਹੜੀ ਸੰਸਾਰ ਦੇ ਵਿੱਚ ਦੂਜੀ ਭਾਸ਼ਾ ਦੇ ਨਾਂ 'ਤੇ ਬਣੀ ਹੋਈ ਯੂਨੀਵਰਸਿਟੀ ਆ, ਜਿਹਦਾ ਤਾਂ ਅਸੀਂ ਮਾਣ ਕਰਦੇ ਹਾਂ, ਲਗਾਤਾਰ ਇਹ ਘਾਟੇ ਦੇ ਵਿੱਚ ਜਾ ਰਹੀ ਆ। ਤੇ ਇਹ ਘਾਟਾ ਜਿਹੜਾ ਉਹ ਦੂਰ ਕਰਨ ਦੇ ਲਈ, ਇਹਨੂੰ ਦੂਰ ਕਰਨ ਦੇ ਵਾਸਤੇ ਸਾਡੇ ਵਾਈਸ ਚਾਂਸਲਰ ਜਿਹੜੇ ਨੇ, ਜਿਨ੍ਹਾਂ ਨੇ ਅਸਤੀਫਾ ਦਿੱਤਾ, ਇਹ ਅਸਮਰੱਥ ਰਹੇ ਨੇਗੇ। ਲਗਾਤਾਰ ਅਸੀਂ ਵੀ ਵਿਦਿਆਰਥੀ ਜਥੇਬੰਦੀਆਂ ਦੇ ਵੱਲੋਂ, ਪੰਜਾਬ ਰੈਡੀਕਲ ਸਟੂਡੈਂਟ ਯੂਨੀਅਨ ਵੱਲੋਂ, ਇੱਥੇ ਪਰਨੀਤ ਕੌਰ ਆਈ ਸੀਗੀ MP, ਉਹਨਾਂ ਨੂੰ ਵੀ ਅਸੀਂ ਮੈਮੋਰੈਂਡਮ ਦਿੱਤਾ ਸੀਗਾ, ਕੈਪਟਨ ਅਮਰਿੰਦਰ ਜੀਆਂ ਦਾ, ਤੇ ਹੋਰ ਵੀ ਕਈ ਕੈਬਨਿਟ ਮੰਤਰੀ ਆਏ ਸੀ, ਉਹਨਾਂ ਨਾਲ ਅਸੀਂ ਲਗਾਤਾਰ ਕਹਿੰਦੇ ਰਹੇ ਹਾਂ। ਲੇਕਿਨ 300 ਕਰੋੜ ਤੋਂ ਵੱਧ ਘਾਟੇ ਦੇ ਵਿੱਚ ਜਾ ਰਹੀ ਯੂਨੀਵਰਸਿਟੀ ਨੂੰ ਕਦੇ 60 ਕਰੋੜ ਕਦੇ 10 ਕਰੋੜ ਦਾ ਜਿਹੜਾ ਊਠ ਦੇ ਮੂੰਹ 'ਚ ਜੀਰੇ ਵਾਲੀ ਗੱਲ ਕੀਤੀ ਗਈ। ਤੇ ਹੁਣ ਇੱਕ ਜਿਹੜੀ ਆ ਉਰਦੂ ਦਾ ਇੱਕ ਸ਼ੇਰ ਆ ਕਿ ਕੁਰਸੀ ਹੀ ਹੈ ਕੋਈ ਜਨਾਜ਼ਾ ਤੋਂ ਨਹੀਂ, ਅਗਰ ਕੁਛ ਕਰ ਨਹੀਂ ਸਕਦੇ ਤਾਂ ਉੱਤਰ ਕਿਉਂ ਨਹੀਂ ਜਾਤੇ। ਸੋ ਇਹੀ ਗੱਲ ਵਾਈਸ ਚਾਂਸਲਰ ਸਾਹਿਬ ਨਾਲ ਹੋਈ ਆ, ਉਹ ਕੁਛ ਕਰ ਨਹੀਂ ਸਕੇ, ਇਸ ਕਰਕੇ ਅੱਜ ਉਹਨਾਂ ਨੇ ਥੋੜ੍ਹੀ ਜ਼ਮੀਰ ਜਾਗੀ ਆ ਉਹਨਾਂ ਦੀ, ਤੇ ਆਪਣਾ ਅਸਤੀਫਾ ਦਿੱਤਾ ਗਾ। ਸੋ ਇਸ ਕਰਕੇ ਸਾਡੀ ਇਹ ਮੰਗ ਆ ਗਈ ਸਰਕਾਰ ਤੋਂ ਕਿ ਇਹ ਯੂਨੀਵਰਸਿਟੀ ਨੂੰ ਆਪਦੀ ਯੂਨੀਵਰਸਿਟੀ ਮੰਨਿਆ ਜਾਵੇ। ਖੁਦ ਜਿਹੜੇ CM ਸਾਹਿਬ ਨੇ ਉਹ ਇਸੇ ਸ਼ਹਿਰ ਦੇ ਨੇ, ਜਿਹੜੀ ਜਿੱਥੇ ਇਹ ਯੂਨੀਵਰਸਿਟੀ ਸ਼ੁਰੂ ਤੋਂ ਹੋਈ ਆ, ਉਹਨਾਂ ਨੂੰ ਖੁਦ ਵੀ ਮਾਣ ਮਹਿਸੂਸ ਹੋਣਾ ਚਾਹੀਦਾ। ਤੇ ਇਹ ਜਿਹੜਾ ਘਾਟੇ ਜਾਰੀ ਯੂਨੀਵਰਸਿਟੀ ਆ, ਇਹਨੂੰ ਬਚਾਉਣਾ ਚਾਹੀਦਾ ਗਾ, ਇਹਦੀ ਜਿਹੜੀ ਖੁਦਮੁਖਤਿਆਰੀ ਨੂੰ ਬਚਾਉਣਾ ਚਾਹੀਦਾ। ਕੇਂਦਰ ਸਰਕਾਰ ਲਗਾਤਾਰ ਨਵੀਂ ਸਿੱਖਿਆ ਨੀਤੀ ਰਾਹੀਂ ਇਸ ਯੂਨੀਵਰਸਿਟੀ ਨੂੰ ਔਰ ਇਹਦੇ ਨਾਲ ਦੀਆਂ ਹੋਰ ਸਾਰੀਆਂ ਤਮਾਮ ਯੂਨੀਵਰਸਿਟੀਆਂ, ਕਾਲਜਾਂ ਨੂੰ ਸਮੁੱਚੀ ਸਿੱਖਿਆ ਨੂੰ ਖਤਮ ਕਰਨ 'ਤੇ ਤੁੱਲੀ ਹੋਈ ਆ। ਤੇ ਇਸ ਨੂੰ ਜਿਵੇਂ ਅੱਜ ਕਿਸਾਨਾਂ ਦਾ ਸੰਘਰਸ਼ ਚੱਲ ਰਿਹਾ, ਉਵੇਂ ਸਿੱਖਾਂ ਨੂੰ ਬਚਾਉਣ ਦੇ ਲਈ ਵੀ ਇਹ ਸੰਘਰਸ਼ ਜਿਹੜਾ ਲਗਾਤਾਰ ਚੱਲ ਰਿਹਾ। ਅਧਿਆਪਕ ਲਗਾਤਾਰ ਧਰਨੇ, ਵਿਦਿਆਰਥੀਆਂ ਦਾ ਭਵਿੱਖ ਕੀ ਹੋਏਗਾ ਜੀ ਜੇ ਇੱਦਾਂ ਅਸਤੀਫੇ ਦਿੰਦੇ ਰਹੇ, ਵਾਈਸ ਚਾਂਸਲਰ ਦੇ ਕੇ ਧਰਨੇ ਪ੍ਰਦਰਸ਼ਨ ਟੀਚਰਾਂ ਵੱਲੋਂ ਵੀ ਜਾਰੀ ਹੈ, ਵਿਦਿਆਰਥੀ ਕਿੱਥੇ ਖੜੇ? ਇਹਦੇ ਲਈ ਨਿਰੋਲ ਤੇ ਨਿਰੋਲ ਸਰਕਾਰ ਜ਼ਿੰਮੇਵਾਰ ਹੈਗੀ। ਲਗਾਤਾਰ ਇੱਥੇ ਧਰਨੇ ਲੱਗੇ ਹੋਏ ਨੇਗੇ, ਅਸੀਂ ਵੀ ਲਗਾਤਾਰ ਧਰਨਿਆਂ ਦੇ ਉੱਤੇ ਆਂਗੇ, ਲੇਕਿਨ ਸਰਕਾਰ ਟਸ ਤੋਂ ਮਸ ਨਹੀਂ, ਸਰਕਾਰ ਦਾ ਕੋਈ ਧਿਆਨ ਨਹੀਂ ਸਿੱਖਿਆ ਪ੍ਰਤੀ। ਇਸ ਕਰਕੇ ਅਸੀਂ ਇਸ ਚੀਜ਼ ਲਈ ਸਿਰਫ ਨਿਰੋਲ ਤੇ ਨਿਰੋਲ ਜਿਹੜੀ ਆ ਉਹ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਉਂਦੇ ਆਂਗੇ ਜੀ। ਤਾਂ ਕਿਤੇ ਨਾ ਕਿਤੇ ਸਾਫ਼ ਤੌਰ ਤੇ ਜਿਹੜੇ ਵਿਦਿਆਰਥੀ ਹੈਗੇ, ਇਹਨਾਂ ਦਾ ਕਹਿਣਾ ਹੈ ਕਿ ਸਾਰੇ ਦੀ ਸਾਰੀ ਜਿਹੜੀ ਜ਼ਿੰਮੇਵਾਰੀ ਹੈ ਪੰਜਾਬ ਸਰਕਾਰ ਦੀ ਹੈਗੀ। ਆਰਥਿਕ ਸੰਕਟ ਤੋਂ ਜੂਝ ਰਹੀ ਸੀ, 300 ਕਰੋੜ ਦੇ ਘਾਟੇ ਥੱਲੇ ਦਬੀ ਹੋਈ ਸੀ, ਜਿਹਦੇ ਚੱਲਦੇ ਵਾਈਸ ਚਾਂਸਲਰ ਵੀ ਅਸਤੀਫਾ ਦੇ ਗਏ, ਲੇਕਿਨ ਸਰਕਾਰ ਦਾ ਇਸ ਹੋਰ ਧਿਆਨ ਨਹੀਂ ਹੈ। ਭਾਵੇਂ ਹੀ ਮੁੱਖ ਮੰਤਰੀ ਦੇ ਆਪ ਦੇ ਸ਼ਾਹੀ ਸ਼ਹਿਰ ਪਟਿਆਲਾ ਦੀ ਪੰਜਾਬੀ ਯੂਨੀਵਰਸਿਟੀ ਹੈ, ਲੋਕੀ ਜਿਹੜੇ ਵਿਦਿਆਰਥੀ ਹੈ ਦੂਰੋਂ ਦੂਰੋਂ ਪੜ੍ਹਨ ਆਉਂਦੇ ਆ ਇੱਥੇ, ਲੇਕਿਨ ਆਰਥਿਕ ਸੰਕਟ ਦੇ ਵਿੱਚ ਇਹ ਜੂਝ ਰਹੀ ਹੈ ਯੂਨੀਵਰਸਿਟੀ, ਜਿੱਥੇ ਕਿ ਅਧਿਆਪਕਾਂ ਦੀ ਤਨਖਾਹ ਨਹੀਂ ਮਿਲਦੀ, ਕਰਮਚਾਰੀਆਂ ਵੱਲੋਂ ਧਰਨੇ ਲਾਏ ਜਾ ਰਹੇ ਹਨ, ਵਿਦਿਆਰਥੀ ਵੀ ਧਰਨੇ ਦੇ ਰਹੇ, ਜਿਹਦੇ ਚੱਲਦੇ ਹੋਏ ਵਾਈਸ ਚਾਂਸਲਰ ਨੇ ਵੀ ਜਿਹੜਾ ਆਪਣਾ ਅਸਤੀਫਾ ਹੈ ਉਹ ਦੇ ਦਿੱਤਾ ਹੈ। ਦੇਖਣਾ ਹੋਊਗਾ ਕਿ ਸਰਕਾਰ ਵੱਲੋਂ ਇੱਥੇ ਗ੍ਰਾਂਟ ਭੇਜੀ ਜਾਂਦੀ ਹੈ ਕਿ ਵਾਈਸ ਚਾਂਸਲਰ ਦੁਬਾਰਾ ਇੱਥੇ ਲਾਏ ਜਾਂਦੇ ਆ। ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਪੰਜਾਬ ਸਰਕਾਰ ਦਾ ਇਹਦੇ ਉੱਪਰ ਕੀ ਰੁਖ ਰਹਿੰਦਾ ਹੈ। ਪਟਿਆਲਾ ਤੋਂ ਕੈਮਰਾਮੈਨ ਕਵਲਜੀਤ ਦੇ ਨਾਲ ਅਵਿਨਾਸ਼ ਕੰਬੋਜ, ਲਿਵਿੰਗ ਇੰਡੀਆ ਨਿਊਜ਼ ਪਟਿਆਲਾ।